ਹੈਲੋ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਆਪਾਂ ਜੋ UGC ਨੈੱਟ ਦੇ ਵਿੱਚ ਗੁਰਮਤਿ ਕਾਵਿ ਨਾਲ ਸੰਬੰਧਿਤ ਜੋ ਸਵਾਲ ਆਏ ਨੇ ਉਹਨਾਂ ਬਾਰੇ ਗੱਲ ਕਰਾਂਗੇ। ਇਹ 2019 ਦਾ ਪੇਪਰ ਹੈ। ਕਾਵਿ ਰੂਪਾਂ ਦਾ ਕਿਹੜਾ ਵਰਗ ਗੁਰਮਤਿ ਅਤੇ ਸੂਫੀ ਕਾਵਿ ਵਿੱਚ ਸਾਂਝੇ ਤੌਰ 'ਤੇ ਵਰਤਿਆ ਗਿਆ ਹੈ? ਇਹਦਾ ਆਨਸਰ ਪਹਿਲਾ ਹੈਗਾ ਕਿ ਸ਼ਲੋਕ ਸ਼ਬਦ ਅਤੇ 12ਵਾਂ। ਸ਼ਲੋਕ ਵੀ ਵਰਤੇ ਗਏ ਹੈ, ਗੁਰਬਾਣੀ ਦੇ ਵਿੱਚ ਵੀ ਨੇ, ਸੂਫੀ ਕਾਵਿ ਦੇ ਵਿੱਚ ਵੀ ਨੇ, ਸ਼ਬਦ ਵੀ ਨੇ, 12 ਮਾਹਾਂ ਵੀ ਵਰਤੇ ਗਏ ਹੈਗੇ। ਜਿਸ ਤਰ੍ਹਾਂ ਜਨਮ ਸਾਖੀ ਹੈ ਦੂਜੇ ਵਿੱਚ, ਜਨਮ ਸਾਖੀ ਨੂੰ ਸੂਫੀ ਕਾਵਿ ਦੇ ਵਿੱਚ ਨਹੀਂ ਵਰਤਿਆ ਗਿਆ। ਅਗਲੇ ਦੇ ਵਿੱਚ ਜਿਸ ਤਰ੍ਹਾਂ ਸ਼ੀ ਹਰਫੀ ਹੈ, ਸ਼ੀ ਹਰਫੀ ਗੁਰਬਾਣੀ ਦੇ ਵਿੱਚ ਨਹੀਂ ਵਰਤੀ ਗਈ, ਸ਼ਬਦ ਅਤੇ ਪੱਟੀ ਇਹ ਵਰਤੇ ਗਏ ਨੇ। ਜਿਸ ਤਰ੍ਹਾਂ ਅਗਲੇ ਚੌਥੇ ਦੇ ਵਿੱਚ ਫਿਰ ਸ਼ੀ ਹਰਫੀ ਆ ਗਈ, ਸ਼ੀ ਹਰਫੀ ਨੂੰ ਨਹੀਂ ਵਰਤਿਆ ਗਿਆ, ਸ਼ੀ ਹਰਫੀ ਗੁਰਬਾਣੀ ਦੇ ਵਿੱਚ ਨਹੀਂ ਵਰਤੀ ਗਈ। ਇਸ ਤਰ੍ਹਾਂ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਨੇ ਵੀ ਸਾਰੇ ਨਹੀਂ ਸਹੀ, ਤਾਂ ਕੁਝ ਨਾ ਕੁਝ ਇਹੋ ਜਿਹੇ ਹੁੰਦੇ ਨੇ ਅਗਲੀਆਂ ਆਪਸ਼ਨਾਂ ਦੇ ਵਿੱਚ ਜਿਹੜੇ ਨਹੀਂ ਵਰਤੇ ਜਾ ਸਕਦੇ। ਹੁਣ ਜਨਮ ਸਾਖੀ ਆਪਾਂ ਨੂੰ ਪਤਾ ਹੈਗਾ, ਜਿਸ ਤਰ੍ਹਾਂ ਇਹ ਗੁਰਮਤਿ ਨਾਲ ਸੰਬੰਧਿਤ ਕਾਵਿ ਹੈਗਾ, ਕੋਈ ਕਾਵਿ ਰੂਪ ਹੈ, ਪਰ ਇਸ ਨੂੰ ਸੂਫੀ ਕਾਵਿ ਵਿੱਚ ਨਹੀਂ ਵਰਤਿਆ ਗਿਆ ਕਿਉਂਕਿ ਜਨਮ ਸਾਖੀਆਂ ਸਿਰਫ ਅਤੇ ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਜਾਂ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਸਨ। ਅੱਗੇ ਇੱਕ ਵਚਨ ਹੈ, ਭਗਤ ਕਬੀਰ ਦੀਆਂ ਬਾਣੀਆਂ ਦਾ ਸਹੀ ਵਰਗ ਹੈ। ਇਹਦਾ ਚੌਥਾ ਹੈਗਾ 52 ਅੱਖਰੀ, 15 ਥਿੱਤੀ ਅਤੇ 17। ਇਹ ਆਪਾਂ ਪੜ੍ਹਿਆ ਹੋਇਆ ਹੈਗਾ। 52 ਅੱਖਰੀ ਬਾਰੇ ਵੀ ਦੱਸਿਆ ਸੀ ਜਦੋਂ ਕਬੀਰ ਦੀ ਬਾਣੀ ਦੀ ਗੱਲ ਕੀਤੀ ਹੈ, ਥਿੱਤੀ ਬਾਰੇ ਵੀ ਗੱਲ ਕੀਤੀ ਸੀ। ਇਹ 15 ਥਿੱਤੀ ਹੈਗੀ, 17 ਜਾਂ 12/7। ਆਪਾਂ 12/7 ਗੱਲ ਕਰੀ ਸੀ, ਪਰ ਮੈਂ ਤੁਹਾਨੂੰ ਦੱਸਿਆ ਸੀ ਕਿ 17 12/7 ਨੂੰ ਹੀ ਕਹਿ ਦਿੰਦੇ ਹੈਗੇ। ਜਿਸ ਤਰ੍ਹਾਂ ਅਗਲੇ ਹੈਗੀ ਅਸ਼ਟਪਦੀਆਂ ਨਹੀਂ ਲਿਖੀਆਂ, ਸਵਈਏ ਨਹੀਂ ਲਿਖੇ ਹੋਏ। ਸਵਈਏ ਸਿਰਫ 4 ਜਣਿਆਂ ਨੇ ਲਿਖੇ ਹੋਏ ਨੇ, 4 ਗੁਰੂਆਂ ਨੇ, ਸਾਹਿਬਾਨਾਂ ਨੇ ਅਤੇ ਗੁਰਸਿੱਖ ਨੇ, ਜੋ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ ਹੈ। ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਹੈਗੀ। ਸੋ ਇਸ ਤਰ੍ਹਾਂ ਜਿਸ ਤਰ੍ਹਾਂ ਅਸ਼ਟਪਦੀ ਇਹ ਆਪਾਂ ਨੂੰ ਪਤਾ ਲੱਗ ਗਿਆ, ਤਾਂ ਤੀਜੇ ਦੇ ਵਿੱਚ ਵੀ ਆਪਾਂ ਨੂੰ ਫਿਰ ਇਹ ਪਤਾ ਲੱਗ ਜੂਗਾ ਵੀ ਭਗਤ ਕਬੀਰ ਜੀ ਦੁਆਰਾ ਨਹੀਂ ਲਿਖੀ ਗਈ। ਸੋ ਇਸ ਤਰ੍ਹਾਂ ਤੁਸੀਂ ਇਸ ਨੂੰ ਯਾਦ ਰੱਖ ਸਕਦੇ ਹੋਗੇ। ਗੁਰਮਤਿ ਕਾਵਿ ਦੇ ਮੁੱਖ ਸਰੋਕਾਰ ਹਨ। ਇਹ ਪਹਿਲਾ ਅਤੇ ਤੀਜਾ ਹੈਗਾ। ਜਿਸ ਤਰ੍ਹਾਂ ਪਰਮਾਰਥ ਦ੍ਰਿਸ਼ਟੀ ਅਤੇ ਸਦਾਚਾਰ ਹੈ, ਪਰਾਲੌਕਤਾ ਅਤੇ ਸੱਚ ਕੇਂਦਰਤਾ ਤੀਜਾ। ਇਹ ਦੋਵੇਂ ਸਹੀ ਨੇ ਕਿਉਂਕਿ ਯਥਾਰਥ ਚੇਤਨਤਾ ਅਤੇ ਵਸਤੂ ਮੂਲਕਤਾ ਤਾਂ ਹੈ ਨਹੀਂ ਇਹਦੇ ਵਿੱਚ। ਗੁਰਬਾਣੀ ਦੇ ਵਿੱਚ ਵਸਤੂ ਮੂਲਕਤਾ ਭਾਵ ਕਿ ਪਦਾਰਥਵਾਦੀ ਜੋ ਚੀਜ਼ਾਂ ਨੇ ਉਹਨੂੰ ਮੂਲ ਇਹਦੇ ਵਿੱਚ ਮਹੱਤਤਾ ਦਿੱਤੀ ਗਈ ਹੈ, ਪਰ ਉਹ ਗੁਰਬਾਣੀ ਵਿੱਚ ਨਹੀਂ ਦਿੱਤੀ ਗਈ ਪਦਾਰਥ ਨੂੰ। ਅਤੇ ਜਿਵੇਂ ਚੌਥਾ ਹੈਗਾ ਸਮਾਜਿਕ ਅਤੇ ਸੱਭਿਆਚਾਰਕ ਕੇਂਦਰਤਾ। ਸਮਾਜ ਅਤੇ ਸੱਭਿਆਚਾਰਕ ਗੁਰਬਾਣੀ ਦੇ ਵਿੱਚ ਕੇਂਦਰਤਾ ਨਹੀਂ ਹੈ ਉਹਨਾਂ ਦੀ। ਉਹ ਗੁਰਬਾਣੀ ਦੇ ਵਿੱਚ ਬ੍ਰਹਮ ਦੀ ਕੇਂਦਰਤਾ ਹੈ, ਇੱਕ ਜੀਵ ਆਤਮਾ ਦੀ ਕੇਂਦਰਤਾ ਹੈਗੀ। ਸੋ ਜਿਸ ਤਰ੍ਹਾਂ ਤੀਜਾ ਪਾਰਲੌਕਿਕਤਾ ਅਤੇ ਸੱਚ ਕੇਂਦਰਤਾ। ਪਾਰਲੌਕਿਕਤਾ ਭਾਵ ਇਹ ਲੌਕਿਕਤਾ ਦੀ ਗੱਲ ਨਾਲੋਂ ਪਾਰਲੌਕਿਕਤਾ ਦੀ ਗੱਲ ਹੈ ਜੋ ਗੁਰਬਾਣੀ ਵਿੱਚ ਜ਼ਿਆਦਾ ਕਰੀ ਗਈ ਹੈਗੀ। ਸੋ ਇਸ ਤਰ੍ਹਾਂ ਇਹਨਾਂ ਨੂੰ ਯਾਦ ਰੱਖਣਾ ਹੈ। ਗੁਰੂ ਅਰਜਨ ਦੇਵ ਰਚਿਤ ਬਾਣੀਆਂ ਦਾ ਸਹੀ ਵਰਗ ਹੈ। ਇਹ ਪਹਿਲਾ ਹੈਗਾ ਸੁਖਮਣੀ, 52 ਅੱਖਰੀ ਅਤੇ ਥਿੱਤੀ। ਇਹ ਤੁਸੀਂ ਯਾਦ ਰੱਖਿਓ। ਜਿਸ ਤਰ੍ਹਾਂ ਚੌਥੇ ਦੇ ਵਿੱਚ ਸੁਚੱਜੀ ਕਚੱਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖੀ ਹੈਗੀ। ਤੀਜੇ ਦੇ ਵਿੱਚ ਸੱਧ ਹੈ, ਸੱਧ ਬਾਬਾ ਸੁੰਦਰ ਜੀ ਦੁਆਰਾ ਹੀ ਲਿਖੀ ਗਈ ਹੈਗੀ। ਜਾਂ ਦਿਨ ਰੈਣ ਹੈ, ਬਿਰਹੜੇ ਪੱਟੀ। ਇਹ ਤੁਸੀਂ ਦੇਖਣਾ ਹੈਗਾ, ਜਿਵੇਂ ਪੱਟੀ ਹੈਗੀ ਸਿਰਫ ਅਮਰਦਾਸ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਹੈਗੀ। ਸੋ ਇਸ ਤਰ੍ਹਾਂ ਜੇਕਰ ਸਾਰੀ ਨਹੀਂ ਪਤਾ ਤਾਂ ਇੱਕ ਚੀਜ਼ ਨੂੰ ਇਹਦੇ ਵਿੱਚੋਂ ਪਾਸੇ ਕੱਢ ਲਈਦਾ ਹੁੰਦਾ ਹੈ। ਇਸ ਤਰ੍ਹਾਂ ਵੀ ਤੁਸੀਂ ਇਹਨੂੰ ਯਾਦ ਰੱਖ ਸਕਦੇ ਹੋ। ਗੁਰਮਤਿ ਕਾਵਿ ਦੇ ਖੋਜ ਕਰਨ ਦਾ ਸਹੀ ਵਰਗ ਹੈ। ਇਹਦੇ ਵਿੱਚ ਤੀਜਾ ਸਹੀ ਹੈਗਾ। ਤਾਰਨ ਸਿੰਘ, ਰਤਨ ਸਿੰਘ ਜੱਗੀ, ਦੀਵਾਨ ਸਿੰਘ ਇਹ ਸਹੀ ਹੈ। ਜਿਸ ਤਰ੍ਹਾਂ ਇਹਦੇ ਵਿੱਚੋਂ ਵੀ ਆਪਾਂ ਇੱਕ ਆਪਸ਼ਨ ਕੱਢ ਸਕਦੇ ਹੈਗੇ। ਜਿਸ ਤਰ੍ਹਾਂ ਪਹਿਲੇ ਦੇ ਵਿੱਚ ਹਰਨਾਮ ਸਿੰਘ ਸ਼ਾਨ ਹੈ, ਉਹਦਾ ਕੰਮ ਨਹੀਂ ਹੈਗਾ, ਉਹਦਾ ਕੰਮ ਕਿੱਸਾ ਕਾਵਿ ਦੇ ਉੱਪਰ ਜ਼ਿਆਦਾ ਹੈਗਾ। ਚੌਥੀ ਆਪਸ਼ਨ ਦੇ ਵਿੱਚ ਹਰਜਿੰਦਰ ਸਿੰਘ ਢਿੱਲੋਂ ਹੈ ਜਿਹਨੇ ਸੂਫੀ ਕਾਵਿ 'ਤੇ ਕੰਮ ਕੀਤਾ ਹੈ। ਸਤਿੰਦਰ ਸਿੰਘ ਨੂਰ ਇਹਨਾਂ ਦਾ ਕਵਿਤਾ ਉੱਪਰ ਜ਼ਿਆਦਾਤਰ ਕੰਮ ਹੈ, ਜ਼ਿਆਦਾਤਰ ਆਲੋਚਨਾ ਕਰੀ ਹੈਗੀ। ਜਿਵੇਂ ਪਹਿਲੇ ਦੇ ਵਿੱਚ ਸ਼ਮਸ਼ੇਰ ਸਿੰਘ ਅਸ਼ੋਕ ਹੈ, ਇਹਦਾ ਵੀ ਗੁਰਮਤਿ ਕਾਵਿ ਦੇ ਖੋਜਕਾਰਾਂ ਦੇ ਵਿੱਚ ਨਾਂ ਆਉਂਦਾ ਹੈਗਾ। ਖੋਜਕਾਰਾਂ ਦੇ ਵਿੱਚ ਨਹੀਂ ਤਾਂ ਸੰਪਾਦਨ ਦੇ ਵਿੱਚ ਆਉਂਦਾ ਹੈਗਾ, ਕਿਉਂਕਿ ਇਹਨਾਂ ਨੇ ਵੀ ਗੁਰਮਤਿ ਕਾਵਿ ਦੇ ਵਿੱਚ ਜੋ ਵਾਰਤਕ ਹੈਗੀ ਉਹਦਾ ਸੰਪਾਦਨ ਕੀਤਾ ਹੈਗਾ। ਗੁਰੂਆਂ ਨਾਲ ਸੰਬੰਧਿਤ ਹੈ। ਭਾਈ ਜੋਧ ਸਿੰਘ ਨੇ ਵੀ ਕੀਤਾ, ਜਗਵੀਰ ਸਿੰਘ ਨੇ ਵੀ ਕੁਝ ਨਾ ਕੁਝ ਕੰਮ ਕੀਤਾ ਹੋਇਆ ਹੈਗਾ ਗੁਰਬਾਣੀ ਉੱਪਰ। ਜਿਸ ਤਰ੍ਹਾਂ ਅੱਗੇ ਗੁਰਮਤਿ ਕਾਵਿ ਵਿਚਾਰਧਾਰਾ ਦੇ ਸੂਫੀ ਉੱਪਰ ਪ੍ਰਭਾਵ ਦੇ ਮੁੱਖ ਪੱਖ ਹਨ ਵੀ ਗੁਰਮਤਿ ਕਾਵਿਧਾਰਾ ਦੇ ਇਹ ਜਿਹੇ ਕਿਹੜੇ ਪੱਖ ਨੇ ਜੋ ਸੂਫੀ ਕਾਵਿ ਉੱਪਰ ਇਹਦਾ ਪ੍ਰਭਾਵ ਪਿਆ, ਤਾਂ ਇਹ ਦੂਜਾ ਅਤੇ ਚੌਥਾ। ਇੱਕ ਈਸ਼ਵਰਵਾਦੀ ਅਦਵੈਂਤਵਾਦ, ਨਿਮਰਤਾ ਅਤੇ ਨਿਰਮਾਣਤਾ। ਇਹ ਤੁਸੀਂ ਯਾਦ ਰੱਖਣਾ ਹੈਗਾ। ਜਿਵੇਂ ਅਵਤਾਰਵਾਦ ਸੀ, ਅਵਤਾਰਵਾਦ ਗੁਰਮਤਿ ਕਾਵਿ ਦੇ ਵਿੱਚ ਕਿਤੇ ਵੀ ਨਹੀਂ ਆਉਂਦਾ। ਗ੍ਰਹਿਸਥ ਜੀਵਨ ਦਾ ਸੂਫੀ ਕਾਵਿ ਦੇ ਨਾਲ ਜਾਂ ਸੂਫੀਆਂ ਦੇ ਵਿੱਚ ਇਹ ਕੋਈ ਸਿਧਾਂਤ ਨਹੀਂ ਸੀਗਾ। ਸੋ ਇੱਕ ਈਸ਼ਵਰਵਾਦ ਜਾਂ ਅਦਵੈਂਤਵਾਦੀ
ਅਦਵੈਂਤਵਾਦ ਵੀ ਉਹੀ ਹੁੰਦਾ ਵੀ ਇੱਕ ਈਸ਼ਵਰ ਨੂੰ ਮੰਨਣਾ। ਨਿਮਰਤਾ ਅਤੇ ਨਿਰਮਾਣਤਾ ਇਹ ਵੀ ਆਈ ਹੈਗੀ, ਜਿਸ ਤਰ੍ਹਾਂ ਬਾਬਾ ਫਰੀਦ ਜੀ ਦੀ ਬਾਣੀ ਦੇ ਵਿੱਚ ਸੀ, ਸ਼ਾਹ ਹੁਸੈਨ ਦੀ ਬਾਣੀ ਦੇ ਵਿੱਚ ਸੀ। ਸੋ ਇਹ ਮੁੱਖ ਪ੍ਰਭਾਵ ਨੇ ਜੋ ਗੁਰਮਤਿ ਵਿਚਾਰਧਾਰਾ ਦੇ ਪੰਜਾਬੀ ਸੂਫੀ ਕਾਵਿ ਉੱਪਰ ਜਾਂ ਪੰਜਾਬੀ ਸੂਫੀ ਸਾਹਿਤ ਦੇ ਉੱਪਰ ਪਏ ਨੇ। ਸੋ ਅਗਲਾ ਕਵਚਨ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਲੋਕ 12 ਅਤੇ ਵਧੇਕ ਸਿਰਲੇਖ ਹੇਠ ਦਰਜ ਕੁੱਲ ਸ਼ਲੋਕ ਹਨ। ਸੋ ਇਹਦਾ ਚੌਥਾ 152 ਸ਼ਲੋਕ ਹੈ, ਇਹ ਵੀ ਆਪਾਂ ਪੜ੍ਹ ਕੇ ਆਏ ਹਾਂ। ਸੋ ਜੋ ਇੱਥੇ ਗੁਰਬਾਣੀਆਂ ਆਉਂਦੀਆਂ ਨੇ, ਸਹਿਸਕ੍ਰਿਤੀ ਮਹੱਲਾ ਪਹਿਲਾ, ਮਹੱਲਾ ਪੰਜਵਾਂ, ਜਾਂ ਭਗਤ ਕਬੀਰ ਜੀ ਦੇ ਸ਼ਲੋਕ ਹੈ, ਬਾਬਾ ਫਰੀਦ ਜੀ ਦੇ ਸ਼ਲੋਕ ਹੈ, ਮੁੰਦਾਵਣੀ ਹੈ, ਰਾਗਮਾਲਾ ਤੱਕ, ਇਹ ਪਿਛਲੇ ਸ਼ਲੋਕ ਨੇ ਜੋ 31 ਵਾਰਾਂ ਤੋਂ ਬਾਅਦ ਆਉਂਦੇ ਆ। ਤਾਂ ਇਹ ਜੋ ਸਾਰੀਆਂ ਬਾਣੀਆਂ ਨੇ ਇਹ ਰਾਗ ਰਹਿਤ ਬਾਣੀਆਂ ਨੇ। ਸੋ ਜਿਸ ਤਰ੍ਹਾਂ ਆਪਾਂ ਪਹਿਲਾਂ ਜਪਜੀ ਸਾਹਿਬ ਬਾਰੇ ਗੱਲ ਕੀਤੀ, ਜਪਜੀ ਸਾਹਿਬ ਜੋ ਬਾਣੀ ਹੈਗੀ ਉਹ ਵੀ ਰਾਗ ਰਹਿਤ ਬਾਣੀ ਹੈ, ਪਰ ਉਹਦੇ ਵਿੱਚ ਕਿਤੇ ਨਾ ਕਿਤੇ ਸ਼੍ਰੀ ਰਾਗ ਜੋ ਕਿ ਗੁਰਬਾਣੀ ਦਾ ਪਹਿਲਾ ਰਾਗ ਹੈ, ਉਹਦੇ ਕਿਤੇ ਨਾ ਕਿਤੇ ਝਲਕਾਰੇ ਮਿਲਦੇ ਨੇ। ਸੋ ਉਸ ਤੋਂ ਬਾਅਦ 31 ਰਾਗ ਆਉਂਦੇ ਨੇ। ਤਾਂ ਜਿਹੜੀਆਂ ਪਿੱਛੇ ਬਾਣੀਆਂ ਨੇ ਜੋ ਸਹਿਸਕ੍ਰਿਤੀ ਤੋਂ ਲੈ ਕੇ ਆਪਾਂ ਰਾਗਮਾਲਾ ਤੱਕ ਪੜ੍ਹੀਆਂ ਸੀ, ਉਹ ਬਾਣੀਆਂ ਸਾਰੀਆਂ ਰਾਗ ਰਹਿਤ ਬਾਣੀਆਂ ਨੇ। ਇਹਦੇ ਬਾਰੇ ਵੀ ਕੁਐਸਚਨ ਆਉਂਦੇ ਹੁੰਦੇ ਨੇ। ਸੋ ਇਹ ਅਗਲਾ ਕੁਐਸਚਨ ਹੈ ਕਿ ਗੁਰਮਤਿ ਵਿਸ਼ਵ ਦ੍ਰਿਸ਼ਟੀ ਦੇ ਮੁੱਖ ਲੱਛਣ ਹਨ। ਇਹਦੇ ਵਿੱਚ ਹੈ ਜੋ ਇਹ ਦੂਸਰਾ ਆਨਸਰ ਹੈ, ਜਿਹਦੇ ਵਿੱਚ ਕਿ ਪਹਿਲਾ ਅਤੇ ਤੀਸਰਾ ਨੇ ਜੋ ਉਹ ਆਪਸ਼ਨਾਂ ਸਹੀ ਨੇ। ਹੁਕਮ ਦੀ ਸਰਬ ਵਿਆਪਕਤਾ ਅਤੇ ਬ੍ਰਹਿਮੰਡੀ ਵਿਧਾਨ ਵਿੱਚ ਵਿਸ਼ਵਾਸ, ਇਹ ਸਹੀ ਨੇ। ਬਾਕੀ ਜੋ ਇਹ ਨੇ ਕਿ ਸਰਗੁਣ ਬ੍ਰਹਮ ਵਿੱਚ ਨਿਸ਼ਠਾ, ਸਰਗੁਣ ਦਾ ਭਾਵ ਵੀ ਇਹੀ ਅਵਤਾਰਵਾਦੀ ਹੁੰਦਾ ਜੋ ਕਿ ਚੌਥੀ ਆਪਸ਼ਨ ਹੈ। ਅਵਤਾਰਵਾਦੀ ਚੇਤਨਾ ਵੀ ਭਾਵ ਕਿ ਕਿਸੇ ਅਵਤਾਰ ਨੂੰ ਮੰਨਣਾ ਜਾਂ ਕਿਸੇ ਆਦਮੀ ਦੀ ਪੂਜਾ ਕਰਨੀ। ਸਰਗੁਣ ਦਾ ਮਤਲਬ ਵੀ ਇਹੀ ਹੁੰਦਾ। ਸਰਗੁਣ ਦਾ ਮਤਲਬ ਵੀ ਕਿਸੇ ਵਿਅਕਤੀ ਦੀ ਪੂਜਾ ਕਰਨੀ। ਨਿਰਗੁਣ ਦਾ ਭਾਵ ਹੁੰਦਾ ਹੈ ਨਿਰਾਕਾਰ ਦੀ ਜਾਂ ਨਿਰਗੁਣ ਜੋ ਨਹੀਂ ਦਿਸਦਾ ਪਰਮਾਤਮਾ, ਉਸ ਦੀ ਪੂਜਾ ਕਰਨੀ। ਕਿ ਸੁਖਮਣੀ ਵਿੱਚ ਅਗਲਾ ਕੁਐਸਚਨ ਸੀ, ਸੁਖਮਣੀ ਵਿੱਚ ਵਰਣਿਤ ਅਧਿਆਤਮਕ ਪਦਵੀਆਂ ਦਾ ਸਹੀ ਵਰਗ ਹੈ। ਇਹਦੇ ਬਾਰੇ ਵੀ ਆਪਾਂ ਗੱਲ ਕੀਤੀ ਹੈ। ਚੌਥਾ ਇਹ ਬ੍ਰਹਮ ਗਿਆਨੀ, ਸਾਧ, ਜੀਵਨ ਮੁਕਤ ਅਤੇ ਸੰਤ। ਇਹ ਤੁਸੀਂ ਇਸ ਤਰ੍ਹਾਂ ਵੀ ਦੇ ਸਕਦੇ ਹੋ, ਜਿਸ ਤਰ੍ਹਾਂ ਪਹਿਲੀ ਆਪਸ਼ਨ ਦੇ ਵਿੱਚ ਸਾਧਕ ਹੈ ਜਾਂ ਇਹਦੀ ਗੱਲ ਹੈ, ਇਹਦੀ ਗੁਰਬਾਣੀ ਦੇ ਵਿੱਚ ਨਹੀਂ ਆਈ ਹੋਈ। ਜਿਵੇਂ ਸੰਤ ਹੈ ਜਾਂ ਸਾਧ ਦੀ ਗੱਲ ਹੈ, ਇਹ ਗੁਰਬਾਣੀ ਦੇ ਵਿੱਚ ਆਈ ਹੈਗੀ। ਦੂਸਰੀ ਆਪਸ਼ਨ ਦੇ ਵਿੱਚ ਜਤੀ ਸਤੀ ਹੈ, ਜਤੀ ਸਤੀ ਬਾਰੇ ਗੁਰਬਾਣੀ ਦੇ ਵਿੱਚ ਕੁਝ ਵੀ ਨਹੀਂ ਲਿਖਿਆ ਗਿਆ। ਜਾਂ ਜੋਗੀ ਹੈਗਾ, ਜੋਗੀ ਦੇ ਵਿੱਚ ਜੋ ਇਹ ਸੁਖਮਣੀ ਹੈਗੀ, ਇਹ ਬਾਣੀ ਹੈਗੀ, ਇਹਦੇ ਵਿੱਚ ਉਹਦੀ ਗੱਲ ਨਹੀਂ ਕੀਤੀ ਗਈ, ਕਿਉਂਕਿ ਆਪਾਂ ਨੂੰ ਪਹਿਲੀ ਨਜ਼ਰੇ ਹੀ ਦੇਖਣ 'ਤੇ ਪਤਾ ਲੱਗ ਜਾਂਦਾ ਵੀ ਇਹਨਾਂ ਬਾਰੇ ਗੁਰਬਾਣੀ ਦੇ ਵਿੱਚ ਨਹੀਂ ਕੁਝ ਵੀ ਦਿੱਤਾ ਹੋਇਆ। ਜਿਸ ਤਰ੍ਹਾਂ ਜੋਗੀ ਹੈ ਜਾਂ ਜਤੀ ਸਤੀ ਹੈ, ਇਹ ਆਪਾਂ ਨੂੰ ਵੱਖਰੇ ਜਿਹੇ ਕੁਝ ਕੁ ਸ਼ਬਦ ਲੱਗਦੇ ਨੇ। ਸੋ ਇਸ ਤਰ੍ਹਾਂ ਜੇਕਰ ਇੱਕ ਆਪਸ਼ਨ ਆਪਾਂ ਨੂੰ ਲੱਗਦੀ ਹੈ ਜਾਂ ਕੁਝ ਨਹੀਂ ਲੱਗਦੀਆਂ, ਤਾਂ ਉਹਨਾਂ ਦੇ ਵਿੱਚੋਂ ਇੱਕ ਦੋ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਜੋ ਗਲਤ ਹੁੰਦੀਆਂ ਨੇ। ਕਿਹੜਾ ਵਰਗ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ? ਇਹਦੀ ਆਪਸ਼ਨ ਚੌਥੀ ਹੈ, ਬ੍ਰਹਮਚਾਰੀ, ਸੰਨਿਆਸੀ, ਮਨਮੁਖ। ਇਹ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਨਹੀਂ, ਕਿਉਂਕਿ ਮਾਇਆ ਬ੍ਰਹਮ ਜੀਵ ਦੀ ਗੱਲ ਕਰੀ ਗਈ ਹੈ, ਨਾਮ ਹੁਕਮ ਅਤੇ ਹਉਮੈ ਦੀ ਗੱਲ ਵੀ ਕਰੀ ਗਈ ਹੈ, ਬ੍ਰਹਮ ਗਿਆਨ, ਗੁਰਮੁਖ, ਜੀਵਨ ਮੁਕਤੀ ਦੀ ਗੱਲ ਵੀ ਗੁਰਬਾਣੀ ਦੇ ਵਿੱਚ ਕੀਤੀ ਗਈ ਹੈ। ਸੋ ਅੱਗੇ ਫਿਰ ਇਹ ਇੱਕ ਮਿਲਾਣ ਚਿੰਨ੍ਹ ਵਾਲਾ ਕੁਐਸਚਨ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਅਤੇ ਬਾਣੀਕਾਰਾਂ ਦੇ ਵੇਰਵੇ ਦਾ ਸਹੀ ਕਰਮ ਹੈ। ਸੋ ਜਿਸ ਤਰ੍ਹਾਂ ਕਰਹਲੇ ਨੇ ਗੁਰੂ ਰਾਮਦਾਸ ਜੀ ਦੁਆਰਾ ਲਿਖੇ ਹੋਏ ਨੇ, ਬਿਰਹੜੇ ਗੁਰੂ ਅਰਜਨ ਦੇਵ ਜੀ ਨੇ, ਸਤਵਾਰਾ ਗੁਰੂ ਅਮਰਦਾਸ ਜੀ ਨੇ, ਕੁਚੱਜੀ ਗੁਰੂ ਨਾਨਕ ਦੇਵ ਜੀ ਨੇ। ਇਹ ਕੁਚੱਜੀ ਜਾਂ ਸਚੱਜੀ ਬਾਣੀ ਹੈ, ਇਹ 3-4 ਵਾਰੀ ਕੁਐਸਚਨ ਆਇਆ ਹੋਇਆ UGC ਨੈੱਟ ਦੇ ਵਿੱਚ, ਕਾਫੀ ਮਸ਼ਹੂਰ ਕੁਐਸਚਨ ਹੈਗਾ ਇਹ। ਸੋ ਅੱਗੇ ਇੱਕ ਕੁਐਸਚਨ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਸਵਈਏ ਬਾਣੀ ਰੂਪ ਦੇ ਰਚਨਾ ਕਰਨ ਦਾ ਸਹੀ ਜੁੱਟ ਹੈ। ਗੁਰੂ ਨਾਨਕ ਅਤੇ ਭੱਟ, ਨਾਨਕ ਜੀ ਨੇ ਸਵਈਏ ਨਹੀਂ ਲਿਖੇ। ਅੱਗੇ ਭੱਟ ਅਤੇ ਗੁਰੂ ਅਰਜਨ ਦੇਵ ਜੀ, ਇਹ ਸਹੀ ਇਹਨਾਂ ਨੇ ਲਿਖੇ ਹੈ, ਕਿਉਂਕਿ ਤੀਸਰੀ ਆਪਸ਼ਨ 'ਚ ਗੁਰੂ ਰਾਮਦਾਸ ਹੈ, ਗੁਰੂ ਰਾਮਦਾਸ ਨੇ ਵੀ ਸਵਈਏ ਨਹੀਂ ਲਿਖੇ। ਅੱਗੇ ਗੁਰੂ ਅਮਰਦਾਸ ਜੀ ਨੇ ਵੀ ਨਹੀਂ ਲਿਖੇ। ਆਪਾਂ ਖੁੱਲ੍ਹ ਕੇ ਜਾਂ ਵਿਸਤਾਰ ਸਹਿਤ ਇਹਦੇ ਬਾਰੇ ਗੱਲ ਕਰਕੇ ਆਏ ਹੈਗੇ। ਬੜੇ ਇੰਪੋਰਟੈਂਟ ਕੁਐਸਚਨ ਨੇ ਇਹ, ਆਪਾਂ ਤਾਂ ਹੀ ਉਹਨਾਂ ਬਾਰੇ ਜੋ ਇੰਪੋਰਟੈਂਟ ਨੇ ਮੈਂ ਕਾਫੀ ਵਾਰ ਤੁਹਾਨੂੰ ਦੱਸਦਾ ਉਹਨਾਂ ਬਾਰੇ। ਇਹ ਆਪਣਾ ਪੇਪਰਾਂ ਦੇ ਵਿੱਚ ਪੜ੍ਹਨ ਦਾ ਵੀ ਇਹੀ ਮਤਲਬ ਹੈ ਵੀ ਤੁਹਾਨੂੰ ਪਤਾ ਲੱਗ ਜਾਣ ਕੁਐਸਚਨ ਕਿਸ ਤਰ੍ਹਾਂ ਦੇ ਆਉਂਦੇ ਨੇ UGC ਨੈੱਟ ਦੇ ਵਿੱਚ। ਸੋ ਅੱਗੇ ਇਹੀ ਕੁਐਸਚਨ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਕਿਹੜੇ ਰਾਗ ਵਿੱਚ ਬਾਰ ਬਾਣੀ ਰੂਪ ਨਹੀਂ ਮਿਲਦਾ? ਸੋ ਇਸ ਤਰ੍ਹਾਂ ਇਹ ਤਲੰਗ ਰਾਗ ਹੈ, ਇਹਦੇ ਵਿੱਚ ਨਹੀਂ ਮਿਲਦਾ। ਸੋ ਆਪਾਂ ਦੇਖਿਆ ਹੀ ਹੈ ਪਿੱਛੇ 12 ਬਾਰੇ ਗੱਲ ਕੀਤੀ ਹੈ ਕਿ ਰਾਗ ਬਿਲਾਵਲ ਦੇ ਵਿੱਚ ਵੀ ਮਿਲਦਾ ਹੈ, ਰਾਗ ਵਡਹੰਸ ਦੇ ਵਿੱਚ ਵੀ ਹੈ, ਰਾਗ ਬਸੰਤ ਦੇ ਵਿੱਚ ਵੀ ਮਿਲਦਾ ਹੈ। ਇਹ ਜੋ ਰਾਗ ਬਸੰਤ ਦੀ ਵਾਰ ਹੈ, ਸਭ ਤੋਂ ਛੋਟੀ ਵਾਰ ਹੈਗੀ, ਇਹਨੂੰ ਯਾਦ ਰੱਖਿਓ। ਸੋ ਰਾਗ ਤਲੰਗ ਹੈ ਜਿਸ ਦੇ ਵਿੱਚ ਬਾਰ ਜੋ ਬਾਣੀ ਰੂਪ ਹੈ ਉਹ ਨਹੀਂ ਮਿਲਦਾ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਤੁਹਾਨੂੰ ਜਿੱਥੇ ਵੀ ਕਿਤੇ ਪੇਪਰ ਮਿਲਣ ਤੁਸੀਂ ਉਹ ਪੇਪਰ ਸਾਰੇ ਪੜ੍ਹਨੇ ਹੈਗੇ, ਰਿਵੀਜ਼ਨ ਕਰਨੀ ਹੈ ਉਹਦੀ, ਅਤੇ ਤੁਸੀਂ ਇਹ ਆਪਣੇ ਲੈਕਚਰ ਦੇਖਣੇ ਨੇ। ਲਾਈਕ ਕਰਿਓ, ਕਮੈਂਟ ਕਰਿਓ, ਜੋ ਪਰੇਸ਼ਾਨੀਆਂ ਆਉਂਦੀਆਂ ਨੇ ਕਮੈਂਟ ਦੇ ਵਿੱਚ ਦੱਸਿਆ ਕਰੋ। ਸੋ ਇਸ ਤੋਂ ਬਾਅਦ ਆਪਾਂ ਜੋ ਕਿੱਸਾ ਕਾਵਿ ਹੈ ਉਹਨੂੰ ਲੈ ਕੇ ਆ ਰਹੇ ਹੈਗੇ, ਉਸ ਤੋਂ ਬਾਅਦ ਵਾਰ ਕਾਵਿ ਕਰਾਂਗੇ। ਸੋ ਇਹ ਜੋ 4 ਆਪਣੀਆਂ
ਕਾਵਿ-ਧਾਰਾਵਾਂ ਨੇ ਉਹ ਪੂਰੀਆਂ ਹੋ ਜਾਣਗੀਆਂ। ਉਸ ਤੋਂ ਬਾਅਦ ਆਪਾਂ ਜੋ ਸਾਹਿਤ ਦੇ ਕਾਵਿ ਰੂਪ ਨੇ, ਕਵਿਤਾ, ਕਹਾਣੀ, ਨਾਟਕ, ਨਾਵਲ, ਉਹਨਾਂ ਬਾਰੇ ਗੱਲ ਕਰਾਂਗੇ। ਸੋ ਤੁਹਾਡਾ ਧੰਨਵਾਦ। ਤੁਸੀਂ ਇਹਨੂੰ ਪੜ੍ਹੋ, ਆਪ ਵੀ ਜਿੱਥੋਂ ਵੀ ਮਟੀਰੀਅਲ ਮਿਲਦਾ ਉਹਨੂੰ ਲੈ ਕੇ ਪੜ੍ਹਿਆ ਕਰੋ, ਵੱਧ ਤੋਂ ਵੱਧ ਪੜ੍ਹਨ ਦੀ ਕੋਸ਼ਿਸ਼ ਕਰਿਆ ਕਰੋ। ਇਹ ਤੁਹਾਡੇ ਲਈ ਇੱਕ ਵਿਸਤਾਰਮਈ, ਇੱਕ ਜਿਸ ਤਰ੍ਹਾਂ ਕੇਂਦਰੀ ਭਾਵ ਹੁੰਦਾ ਉਸ ਤਰ੍ਹਾਂ ਮੈਂ ਲਿਆਉਣ ਦੀ ਕੋਸ਼ਿਸ਼ ਕਰਦਾ। ਇਹਦੇ ਵਿੱਚ ਆਪਾਂ 70-80% ਇਹ ਜੋ ਟੌਪਿਕ ਹੈ ਉਹਨਾਂ ਨੂੰ ਕਲੀਅਰ ਕਰ ਲੈਂਦੇ ਹਾਂ, ਜਿੰਨੇ ਵੀ ਕੀਤੇ ਆ 70-80% ਆਪਾਂ ਟੌਪਿਕ ਉਹਦੇ ਵਿੱਚ ਕਲੀਅਰ ਕੀਤਾ ਹੈਗਾ। ਸੋ ਨਾਲ ਨਾਲ ਤੁਸੀਂ ਵੀ ਪੜ੍ਹਿਆ ਕਰੋ, ਕੁਝ ਨਾ ਕੁਝ ਪੜ੍ਹਦੇ ਰਿਹਾ ਕਰੋ। ਸੋ ਇਹ ਇੱਕ ਜ਼ਰੀਆ ਹੈਗਾ, ਤੁਸੀਂ ਬੈਠੋ ਇਹਨੂੰ ਪੜ੍ਹੋ, ਤੁਹਾਨੂੰ 70-80% ਜੋ ਨੌਲੇਜ ਹੈ ਇੱਥੋਂ ਮਿਲ ਜਾਵੇਗੀ। ਸੋ ਤੁਹਾਡਾ ਸਾਰਿਆਂ ਦਾ ਧੰਨਵਾਦ, ਸ਼ੁਕਰੀਆ।